Hello dear students, ਇਸ ਵੀਡੀਓ ਦੇ ਵਿੱਚ ਅਸੀਂ ਕਲਾਸ 10th ਸਬਜੈਕਟ ਮੈਥਮੈਟਿਕਸ ਚੈਪਟਰ ਨੰਬਰ 13 ਐਕਸਰਸਾਈਜ਼ 13.1 ਦੇ ਸਮ ਨੰਬਰ 4 ਨੂੰ ਡਿਸਕਸ ਕਰਨ ਜਾ ਰਹੇ ਹਾਂ। ਸੋ ਸਮ ਨੰਬਰ 4 ਦੇ ਵਿੱਚ ਜੋ ਸਟੇਟਮੈਂਟ ਹੈ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ। A cubical block of side 7 cm is surmounted by a hemisphere। ਹੁਣ ਕੀ ਕਹਿੰਦਾ ਹੈ, ਕਿਊਬਿਕਲ ਸਾਨੂੰ ਇੱਕ ਬਲੌਕ ਦਿੱਤਾ ਹੈ, ਉਹਦੀ ਇੱਕ ਐਜ ਜੋ ਹੈ ਉਹ 7 ਸੈਂਟੀਮੀਟਰ ਦਿੱਤੀ ਹੋਈ ਹੈ। ਹੁਣ ਕਿਊਬਿਕਲ ਬਲੌਕ ਹੈ, ਉਹਦੀ ਹਰ ਇੱਕ ਐਜ 7 ਸੈਂਟੀਮੀਟਰ ਦੀ ਹੋਏਗੀ। ਉਸ ਦੇ ਉੱਪਰ ਕੀ ਕਹਿੰਦਾ, ਇੱਕ ਹੈਮੀਸਫੀਅਰ ਰੱਖਿਆ ਹੋਇਆ ਹੈ। what is the greatest diameter of the hemisphere can have what is the greatest diameter the hemisphere can have। ਹੁਣ ਕੀ ਕਹਿੰਦਾ, ਜਿਹੜਾ ਉੱਪਰ ਹੈਮੀਸਫੀਅਰ ਰੱਖਿਆ ਹੈ ਉਸ ਦਾ ਵੱਧ ਤੋਂ ਵੱਧ ਕਿੰਨਾ ਡਾਇਆਮੀਟਰ ਹੋ ਸਕਦਾ। ਹੁਣ ਡਾਇਗਰਾਮ ਦੇ ਉੱਪਰੋਂ ਇਹ ਬਿਲਕੁਲ ਕਲੀਅਰ ਹੈ ਕਿ ਜੋ ਵੱਧ ਤੋਂ ਵੱਧ ਡਾਇਆਮੀਟਰ ਜੋ ਹੈਮੀਸਫੀਅਰ ਉਸ ਦੇ ਉੱਪਰ ਰੱਖਿਆ ਹੈ ਉਸ ਦਾ ਜੋ ਕਿਊਬਿਕਲ ਬਲੌਕ ਹੈ ਉਸ ਦੇ ਨੀਚੇ ਉਸ ਦੇ ਐਜ ਦੇ ਬਰਾਬਰ ਹੀ ਹੋਏਗਾ। ਸੋ ਇੱਥੇ ਤੁਸੀਂ ਦੇਖ ਸਕਦੇ ਹੋ, ਜੇ ਅਸੀਂ ਇਸ ਪੁਆਇੰਟ ਦੇ ਉੱਪਰੋਂ ਇੱਧਰ ਨੂੰ ਇੱਕ ਲਾਈਨ ਲਗਾਈਏ ਤਾਂ that will be equal to the edge of the cubical block। ਸੋ ਜੋ ਉੱਪਰ ਅਸੀਂ ਇੱਥੇ ਇਹਨੇ ਕੁਐਸਚਨ ਮਾਰਕ ਲਗਾਇਆ ਹੈ ਕਿ ਕਿੰਨਾ ਵੱਧ ਤੋਂ ਵੱਧ ਇੱਥੇ ਇਸ ਦਾ ਜੋ ਹੈਮੀਸਫੀਅਰ ਹੈ ਉਸ ਦਾ ਡਾਇਆਮੀਟਰ ਹੋ ਸਕਦਾ ਹੈ। ਸੋ ਉਹ ਕਿੰਨਾ ਹੋ ਸਕਦਾ ਹੈ, ਵੱਧ ਤੋਂ ਵੱਧ ਕਿਹਦੇ ਇਕੁਅਲ ਹੋ ਸਕਦਾ ਹੈ, ਜੋ ਕਿਊਬਿਕਲ ਬਲੌਕ ਹੈ ਉਸ ਦੇ ਇੱਕ ਐਜ ਦੇ ਬਰਾਬਰ। ਇਸ ਤੋਂ ਨੈਕਸਟ ਕੀ ਕਹਿੰਦਾ ਹੈ, ਫਾਈਂਡ ਦਾ ਸਰਫੇਸ ਏਰੀਆ ਆਫ ਦਾ ਸੋਲਿਡ। ਸੋ ਹੁਣ ਸਾਨੂੰ ਕੀ ਕਿਹਾ ਗਿਆ ਹੈ, ਹੁਣ ਜੋ ਇਹ ਡਾਇਗਰਾਮ ਦੇ ਵਿੱਚ ਸੋਲਿਡ ਬਣ ਰਿਹਾ ਹੈ ਪੂਰੇ ਦਾ ਪੂਰਾ ਇੱਕ ਕਿਊਬਿਕਲ ਬਲੌਕ ਵੀ ਤੇ ਇਸ ਦੇ ਉੱਪਰ ਜੋ ਹੈਮੀਸਫੀਅਰ ਵੀ ਰੱਖਿਆ ਗਿਆ ਹੈ, ਇਹਨਾਂ ਦੋਨਾਂ ਨੂੰ ਮਿਲਾ ਕੇ ਜੋ ਇਹ ਨਵੀਂ ਫਿਗਰ ਬਣੀ ਹੈ ਇਸ ਦਾ ਅਸੀਂ ਕੀ ਫਾਈਂਡ ਆਊਟ ਕਰਨਾ ਹੈ, ਸਰਫੇਸ ਏਰੀਆ। ਹੁਣ ਜਦੋਂ ਇਸ ਦਾ ਸਰਫੇਸ ਏਰੀਆ ਫਾਈਂਡ ਆਊਟ ਕਰਨਾ ਹੈ, ਸਭ ਤੋਂ ਪਹਿਲਾਂ ਤਾਂ ਅਸੀਂ ਡਾਇਗਰਾਮ ਨੂੰ ਡਿਸਕਸ ਕਰ ਲਈਏ। ਡਾਇਗਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਕਿਊਬਿਕਲ ਬਲੌਕ ਹੈ ਇਸ ਦਾ ਕੰਪਲੀਟ ਹੈ। ਇਸ ਦੀਆਂ ਕਿੰਨੀਆਂ ਸਾਈਡਸ ਹੁੰਦੀਆਂ ਹਨ, 6 ਸਾਈਡਸ ਹੁੰਦੀਆਂ ਹਨ। ਸੋ 6 ਦੀਆਂ 6 ਸਾਈਡ ਦੇ ਵਿੱਚੋਂ ਤੁਸੀਂ ਜੋ 5 ਸਾਈਡਸ ਹਨ, ਇੱਕ ਇਹ ਵਾਲੀ ਸਾਈਡ, ਇੱਕ ਇਹ ਵਾਲੀ ਸਾਈਡ, ਇੱਕ ਜੋ ਨੀਚੇ ਹੈ ਤਾਂ ਇੱਕ ਇਹਦੇ ਆਪੋਜ਼ਿਟ ਹੈ, ਇੱਕ ਇਸ ਦੇ ਆਪੋਜ਼ਿਟ ਹੈ। ਸੋ 5 ਸਾਈਡਸ ਜੋ ਹਨ ਇਹ ਤਾਂ ਕੰਪਲੀਟ ਦੀਆਂ ਕੰਪਲੀਟ ਹੀ ਹਨ, ਪਰ ਜੋ ਉੱਪਰ ਵਾਲੀ 6 ਸਾਈਡ ਹੈ ਇਸ ਨੂੰ ਢੱਕੇਗਾ। ਕੌਣ ਢੱਕੇਗਾ, ਜੋ ਹੈਮੀਸਫੀਅਰ ਹੋਏਗਾ ਇਸ ਦਾ ਬੇਸ। ਸੋ ਜੇ ਅਸੀਂ ਟੋਟਲ ਸਰਫੇਸ ਏਰੀਆ ਜੋ ਫਿਗਰ ਹੈ ਇਸ ਦਾ ਫਾਈਂਡ ਆਊਟ ਕਰਨਾ ਹੋਏਗਾ ਤਾਂ ਉਸ ਦੇ ਵਿੱਚ ਕੀ ਆਏਗਾ, ਤੁਸੀਂ 5 ਸਾਈਡਸ ਦਾ ਏਰੀਆ ਵੀ ਲੈ ਸਕਦੇ ਹੋ, ਜੋ ਇਹ ਸਾਡਾ ਕਿਊਬਿਕਲ ਬਲੌਕ ਹੈ ਉਸ ਦੀਆਂ 5 ਸਾਈਡਸ ਦਾ ਏਰੀਆ ਲੈ ਲਓ, ਕਰਵਡ ਸਰਫੇਸ ਏਰੀਆ ਲੈ ਲਓ ਉੱਪਰ ਵਾਲੇ ਹੈਮੀਸਫੀਅਰ ਦਾ, ਤੇ ਜੋ ਜਿੰਨਾ ਏਰੀਆ ਇੱਥੇ ਰਿਮੇਨਿੰਗ ਪੋਰਸ਼ਨ ਇਹ ਵਾਲੀ ਸਾਈਡ ਦਾ ਬਚਦਾ ਹੈ, ਹੈਮੀਸਫੀਅਰ ਜਿੰਨਾ ਕੱਟ ਕਰਦਾ ਹੈ ਉਸ ਨੂੰ ਛੱਡ ਕੇ ਉਹ ਵਾਲਾ ਸਾਨੂੰ ਕੰਸੀਡਰ ਕਰਨਾ ਪਏਗਾ। ਸੋ ਈਜ਼ੀ ਵੇ ਕੀ ਰਹੇਗਾ, ਜੇ ਅਸੀਂ ਪੂਰੇ ਦੇ ਪੂਰੇ ਕਿਊਬ ਦਾ ਏਰੀਆ ਲੈ ਲਈਏ, ਸਰਫੇਸ ਏਰੀਆ, ਉਸ ਦੇ ਵਿੱਚੋਂ ਜੋ ਇਸ ਨੂੰ ਕੱਟ ਕਰ ਰਿਹਾ ਹੈ, ਜੋ ਇਹ ਹੈਮੀਸਫੀਅਰ ਦਾ ਬੇਸ ਇੱਕ ਸਰਕੂਲਰ ਸ਼ੇਪ ਬਣੇਗੀ ਇੱਥੇ ਨੀਚੇ, ਉਹ ਜੋ ਨੀ ਸਰਕੂਲਰ ਸ਼ੇਪ ਇਹ ਕੱਟ ਕਰ ਰਿਹਾ ਹੈ ਅਸੀਂ ਉਸ ਨੂੰ ਵਿੱਚੋਂ ਮਾਈਨਸ ਕਰ ਦਈਏ, ਦੈਟ ਇਜ਼ ਦਾ ਏਰੀਆ ਆਫ ਅ ਸਰਕਲ। ਸੋ ਸਟਾਰਟ ਕਰਦੇ ਹਾਂ ਸਮ ਨੂੰ। So the greatest diameter the hemisphere can have is equal to 7 centimeter. That is equal to the edge of the cubical block. ਹੁਣ ਇਸ ਤੋਂ ਬਾਅਦ ਜੇ diameter of hemisphere ਦਾ ਹੋ ਗਿਆ 7 centimeter, then radius of hemisphere will be radius of hemisphere will be equal to, ਹੁਣ ਜੋ diameter ਹੈ ਉਸ ਦਾ ਹਾਫ ਹੁੰਦਾ ਹੈ radius, that will be equal to 7 by 2 centimeter, that is equal to 3.5 centimeter। ਹੁਣ ਸਾਡੇ ਕੋਲ ਕੀ ਆ ਗਿਆ, ਹੈਮੀਸਫੀਅਰ ਦਾ ਰੇਡੀਅਸ ਆ ਗਿਆ, ਤੇ ਜੋ ਕਿਊਬਿਕਲ ਪਾਰਟ ਸੀਗਾ, ਜੋ ਕਿਊਬਿਕਲ ਬਲੌਕ ਹੈ ਉਸ ਦਾ ਸਾਡੇ ਕੋਲ ਪਹਿਲਾਂ ਹੀ ਸਾਈਡ ਗਿਵਨ ਹੈ, ਐਜ ਜੋ ਵੀ ਹੈ। ਹੁਣ ਅਸੀਂ ਜੋ ਸਰਫੇਸ ਏਰੀਆ ਆਫ ਦਿਸ ਫਿਗਰ, ਸੋ ਅਸੀਂ ਫਾਈਂਡ ਆਊਟ ਕੀ ਕਰਨਾ ਸੀਗਾ, ਸਰਫੇਸ ਏਰੀਆ। ਸੋ ਸਰਫੇਸ ਏਰੀਆ ਵਿਲ ਬੀ ਇਕੁਅਲ ਟੂ ਸਰਫੇਸ ਏਰੀਆ ਆਫ ਦਿਸ ਸੋਲਿਡ, ਸਰਫੇਸ ਜੋ ਨਵਾਂ ਸੋਲਿਡ ਬਣਿਆ, ਇਸ ਦਾ ਸਰਫੇਸ ਏਰੀਆ ਆਫ ਦਾ ਸੋਲਿਡ ਵਿਲ ਬੀ ਇਕੁਅਲ ਟੂ ਸਰਫੇਸ ਏਰੀਆ ਆਫ क्यूब। सो सरफेस एरिया ऑफ एक तो क्यूब का हो जाएगा प्लस सरफेस एरिया ऑफ क्यूब प्लस कर्व्ड सरफेस एरिया ऑफ hemisphere।
ਹੁਣ ਇੱਥੇ ਤੁਸੀਂ ਦੇਖੋ ਇੱਕ ਤਾਂ ਸਰਫੇਸ ਏਰੀਆ ਹੋ ਗਿਆ ਕਿਊਬ ਦਾ, दूसरा क्या हो गया कर्व्ड सरफेस एरिया ऑफ हेमिस्फीयर। जो इससे ऊपर है हेमिस्फीयर इज द कर्व्ड पार्ट, जो कर्व्ड पार्ट होता है, मैं थानू पहला भी दस्या है फॉर्मूलाज दे विच। सो कर्व्ड पार्ट दा एरिया दैट इज कर्व्ड सरफेस एरिया ऑफ हेमिस्फीयर आएगा। सरफेस एरिया क्यूब का क्या आएगा, वो सारियां 6 साइड्स का एरिया कवर हो जाएगा इस पोर्शन दे विच। हुण तुसीं इत्थे जो ध्यान देना है वो ये गल है कि जो इसकी 6 साइड है, जिहड़ी टॉप वाली साइड है इस क्यूब दी, उसका कुछ हिस्सा जो एक हेमिस्फीयर के ऊपर रखा होया है वो कवर कर रही है। सो वो इस टोटल सॉलिड के सरफेस एरिया दे विच नहीं आएगा। सो इसे करके असीं जो हेमिस्फीयर सी इसका भी कर्व्ड सरफेस एरिया लिया है, क्योंकि जो इसका बेस का एरिया है वो इस फिगर दे विच नहीं आएगा। सो असीं की सबट्रैक्ट करांगे, इस दे विच माइनस की करांगे जो सर्कुलर बेस है हेमिस्फीयर उसका एरिया ऑफ बेस ऑफ हेमिस्फीयर, बेस ऑफ हेमिस्फीयर। सो हुण इन ये सीगा साडा जो मेन इत्थे बनदा फॉर्मूला। हुण असीं जस्ट इस फॉर्मूला दे विच जो जो फॉर्मूला सानू आउंदे हन उन्हां दी इत्थे फॉर्मूला सबस्टिट्यूट करके फिर वैल्यू सबस्टिट्यूट करके एस्टिमेट करांगे। सो सरफेस एरिया ऑफ क्यूब की हुंदा है, सरफेस एरिया ऑफ क्यूब दैट इज इक्वल टू 6 साइड स्क्वायर। साइड स्क्वायर एक फेस का एरिया फाइंड आउट कर दिया है, तो जो साइड स्क्वायर कर दिंदे आ, साइड स्क्वायर एक साइड का एरिया एक फेस का एरिया फाइंड आउट कर लिया, 6 ਦੇ ਨਾਲ ਮਲਟੀਪਲ ਕਰ ਗਿਆ, ऑल साइड्स ਦਾ ਏਰੀਆ ਇਨਕਲੂਡ ਹੋ ਜਾਂਦਾ। ਸੋ ਇਸ ਤੋਂ ਬਾਅਦ ਜੋ कर्व्ड ਸਰਫੇਸ ਏਰੀਆ ਆਫ ਹੈਮੀਸਫੀਅਰ ਹੈ, ਸੋ कर्व्ड ਸਰਫੇਸ ਏਰੀਆ ਆਫ ਹੈਮੀਸਫੀਅਰ ਦਾ ਫਾਰਮੂਲਾ ਸਭ ਨੂੰ ਯਾਦ ਹੋਣਾ ਚਾਹੀਦਾ ਹੈ। ਉਸ ਦੀ ਇੱਕ ਅਲੱਗ ਤੋਂ ਵੀਡੀਓ ਵੀ ਹੈ, ਤੁਸੀਂ ਜੇ ਕਿਸੇ ਨੂੰ ਨਹੀਂ ਪਤਾ ਤਾਂ ਉਹ ਦੇਖ ਸਕਦਾ ਹੈ। ਸੋ ਦੈਟ ਇਜ਼ ਇਕੁਅਲ ਟੂ 2 ਪਾਈ r ਸਕੁਅਰ। सो 2 पाई r स्क्वायर किहदा हो गया, कर्व्ड सरफेस एरिया ऑफ हेमिस्फीयर। सो इस दे विच माइनस की करना है, वो एरिया जिहड़ा क्यूबिकल ब्लॉक दा कवर कर रहा है हेमिस्फीयर, वो कितना एरिया कवर कर रहा है, जिन्ना हेमिस्फीयर दा बेस होएगा उन्ना ही वो एरिया कवर कर सकता है। सो असीं हेमिस्फीयर दे बेस दे एरिया दे इक्वल टू एरिया इस क्यूबिकल दे विचों माइनस करांगे। सो दैट विल बी इक्वल टू पाई r स्क्वायर। हुण तुसीं इस थोड़ा फॉर्मूला सिंपलीफाई करो, 6s स्क्वायर प्लस 2 पाई r स्क्वायर है, इत्थे माइनस की हो रहा है सिंपली पाई r स्क्वायर। सो 2 पाई r स्क्वायर चो 1 पाई r स्क्वायर माइनस कर दो तो साडे कोल की आंसर आ जाएगा जस्ट पाई r स्क्वायर। हुण इत्थे असीं वैल्यूज़ नूं सबस्टिट्यूट करांगे। सो वैल्यूज़ साडे कोल की सन 6, साइड कितनी सी क्यूबिकल ब्लॉक की साइड जो एज है वो की है 7 दा स्क्वायर आ जाएगा इत्थे, प्लस पाई r स्क्वायर। पाई की वैल्यू एक चीज़ चेक करो, स्टेटमेंट दे विच किते मेंशन है कि 3.14 लेनी, नहीं मेंशन। सो वी विल टेक पाई एज 22/7। सो 22/7 पाई आ गया, मल्टीप्लाइड बाय रेडियस दा स्क्वायर। रेडियस साडे कोल की आया सीगा 3.5। सो 3.5 दा की आ गया स्क्वायर आ गया। सो ये सारे दे विचों असीं माइनस की करना है, सॉरी माइनस तो असीं कर चुके सीगे, इत्थे माइनस का इत्थे नहीं जरूरत। सो जस्ट साडे कोल की आ गया इन्ना। हुण इस नूं असीं कैलकुलेशनस दे नाल सॉल्व करदे हां। सो साडे कोल 6 सीगा, 6 एज इट इज, 7 7s are 49. So 6 multiplied by 49 plus 22/7 है, 22/7 एज इट इज लिख लो, जिहड़ा इत्थे 3.5 है इसका स्क्वायर है। सो इस नूं की कर सकते हैं असीं 35 ही लिख सकते हैं ओवर 10। 35/10 करता क्योंकि पॉइंट इत्थों हट गया, ये 2 बारी मल्टीप्लाई होएगा क्योंकि इसका स्क्वायर सीगा 35/10। हुण जे असीं इसकी कटिंग करिए तो साडे कोल क्या आ जांदा 7 5s are 35, 5 अगेन 10 दे नाल कट होएगा, इत्थे 2 आएगा, 2 नूं असीं इस दे नाल 11 दे नाल कट कर सकते हैं। सो दिस इज इक्वल टू 6 मल्टीप्लाई बाय 49
प्लस इत्थे साडे कोल की बचिया सीगा 11 मल्टीप्लाई बाय 35 बाय 10। सो ये साडे कोल जो वैल्यू सन बच गई। हुण असीं की करांगे, इन्हां नूं मल्टीप्लाई करके तो इन्हां दा आंसर फाइंड आउट करांगे। सो असीं रफ साइड के उपर इत्थे मल्टीप्लाई करके देखिया, जो असीं 49 6 नाल मल्टीप्लाई किया तो साडे कोल की आ गया 294 आंसर आया। सो इस दे नाल प्लस की होएगा, जो असीं 11 नूं 35 दे नाल मल्टीप्लाई किया तो साडे कोल कितना आया 385। सो 385। हुण जो 385 है इस दे नीचे 10 भी है, सो इत्थे 10 है, लिख लो एज इट इज। इस तो नैक्सट असीं की करांगे, जो पॉइंट है इत्थे डेसिमल इसनूं उपर लै जाओ, 294 प्लस 38.5 ये साडे को इन्हां दोनों टर्म्स नूं ऐड कर दिए। रफ साइड के उपर ऐड करके देखो अपनी कॉपी के उपर। सो होप तुहानूं सारिआं नूं ऐड तो करना आउंदा ही होएगा। सो ऐड करके साडे कोल की वैल्यू आई 332.5। सो दिस इज इक्वल टू 332.5। हुण ये वैल्यू किस चीज़ की सीगी, एरिया की। सो इहदे जो यूनिट्स होणगे वो की होणगे स्क्वेयर यूनिट्स होणगे। यूनिट्स की सन इस असीं देखिए उपर सम दे विच तां साडे कोल सेंटीमीटर यूनिट्स हैं, इत्थे तुसीं देख सकते हो डायग्राम दे विच भी, ते इत्थे भी असीं सेंटीमीटर्स लैके चले सीगे। सो जो आंसर आएगा वो कदे विच आएगा सेंटीमीटर स्क्वेयर दे विच, 332.5 सेंटीमीटर स्क्वेयर। दिस विल बी योर आंसर। सो इस तरीके दे नाल तुसीं सम नंबर 4 नूं सॉल्व कर सकते हो। थैंक्स।